ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਹਾਜ਼ਰਾ ਹਜ਼ੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸਤਿਗੁਰ ਦੇ ਰੋਜ਼ਾਨਾ ਹੀ ਗੁਰੂ ਦਰਬਾਰ ਦੇ ਵਿੱਚੋਂ ਅੰਮ੍ਰਿਤ ਵੇਲੇ ਦੀ ਪਾਵਨ ਵਿਚਾਰ ਗੁਰਬਾਣੀ ਵਿਚਾਰ ਦੇ ਅਧੀਨ ਲੈ ਕੇ ਜੋ ਲੜੀਵਾਰ ਸ੍ਰੀ ਆਸਾ ਜੀ ਕੀ ਵਾਰ ਦੀ ਅੰਮ੍ਰਿਤਮਈ ਕਥਾ ਸ਼ੁਰੂ ਕੀਤੀ ਗਈ ਹੈ, ਇਹ ਵਿਚਾਰ ਲੈ ਕੇ ਆਪ ਦੇ ਸਨਮੁਖ ਫੇਸਬੁੱਕ ਲਾਈਵ ਦੇ ਉੱਪਰ ਹਾਜ਼ਰ ਹੁੰਨੇ ਆ, ਜਿਸ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਦੇ ਨਾਲ ਗੁਰਬਾਣੀ ਦੇ ਵਿੱਚ ਜੋ ਸਤਿਗੁਰ ਨੇ ਸਾਨੂੰ ਉਪਦੇਸ਼ ਦਿੱਤੇ ਹਨ, ਆਸਾ ਕੀ ਵਾਰ ਦੇ ਵਿੱਚ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਜਿਉਣ ਦੇ ਢੰਗ ਦੱਸੇ ਹਨ, ਉਹ ਆਪ ਜੀ ਦੇ ਨਾਲ 6 ਨੰਬਰ ਸ਼ਲੋਕ ਤੱਕ 6 ਨੰਬਰ ਪੌੜੀ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। ਅੱਜ 7ਵੀਂ ਨੰਬਰ ਪੌੜੀ ਦੇ ਪਹਿਲੇ ਸ਼ਲੋਕ ਦੀ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ, ਜਿਸ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਨੁੱਖ ਨੂੰ ਇੱਕ ਸਭ ਤੋਂ ਵੱਡਾ ਰੋਗ ਜੋ ਮਨੁੱਖ ਨੂੰ ਲੱਗਾ ਹੈ, ਹਉ ਦਾ, ਮੈਂ ਦਾ, ਉਹਦੇ ਬਾਬਤ ਵਿਚਾਰ ਇਸ ਸ਼ਲੋਕ ਦੇ ਵਿੱਚ ਦਿੱਤੀ ਹੈ। ਕਿਉਂਕਿ ਹਰ ਇੱਕ ਮਨੁੱਖ ਹਉਮੈ ਦੇ ਵਿੱਚ ਰਹਿੰਦਾ ਹੈ, ਈਗੋ ਦੇ ਵਿੱਚ ਰਹਿੰਦਾ ਹੈ। ਸਭ ਤੋਂ ਵੱਡੀ ਮਨੁੱਖ ਦੀ ਬਰਬਾਦੀ ਦਾ ਕਾਰਨ ਉਹਦੀ ਹਉਮੈ, ਉਹਦੀ ਈਗੋ ਹੈ। ਜਿੱਦਣ ਇਹ ਹਉਮੈ ਮਿਟ ਗਈ, ਈਗੋ ਮਿਟ ਗਈ, ਉਸ ਦਿਨ ਇਹਦੇ ਅੰਦਰ ਪਵਿੱਤਰਤਾ ਆਉਣੀ, ਨਿਰਮਲਤਾ ਹੀ ਆਉਣੀ ਸ਼ੁਰੂ ਹੋ ਜਾਵੇਗੀ। ਸਤਿਗੁਰੂ ਜੀ ਨੇ ਇਸ ਦੇ ਵਿੱਚ ਇਹੀ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਐ ਮਨੁੱਖ, ਤੂੰ ਸਾਰੀ ਉਮਰ ਮੈਂ ਹੀ ਕਰਦਾ ਰਹਿਣਾ ਹੈ, ਕਦੀ ਤੂੰ ਵੀ ਕਰਨਾ ਸਿੱਖ ਲਾ। ਧੰਨ ਭਗਤ ਨਾਮਦੇਵ ਜੀ ਭਗਤ ਜੀ ਨੇ ਇਹ ਗੱਲ ਸਮਝਾਈ ਹੈ ਕਿ ਜਿਸ ਦਿਨ ਮਨੁੱਖ ਤੂੰ ਕਰਨ ਲੱਗ ਪਿਆ ਨਾ, ਉਹ ਦਿਨ ਤੇਰੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹੇਗਾ। ਕਿਉਂਕਿ ਪਰਮਾਤਮਾ ਤੇ ਮਨੁੱਖ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ, ਉਹ ਹੈ ਹਉਮੈ। ਇਸੇ ਕਰਕੇ ਸਾਹਿਬ ਜੀ ਕਹਿੰਦੇ ਨੇ, ਹਉਮੈ ਭੀਤ ਪਇਓ ਹੈ ਬੀਚੋ। ਮਨੁੱਖ ਤੇ ਪਰਮਾਤਮਾ ਦੇ ਵਿੱਚ ਹਉਮੈ ਦੀ ਇੱਕ ਵੱਡੀ ਦੀਵਾਰ ਚੜੀ ਹੈ, ਜੋ ਇਹ ਕੂੜ ਦੀ ਕੰਧ ਹੈ। ਇਸੇ ਕਰਕੇ ਜਪਜੀ ਸਾਹਿਬ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਇਹ ਵਾਹਿਗੁਰੂ ਜੀ ਅੱਗੇ ਬਿਨੇ ਅਰਦਾਸ ਕਰਦੇ ਇਹ ਗੱਲ ਸਮਝਾਈ ਹੈ, ਕਿਵ ਕੂੜੈ ਟੁੱਟੈ ਪਾਲ। ਕਿਵੇਂ ਇਹ ਹਉਮੈ ਦੀ ਇਹ ਕੂੜ ਦੀ ਕੰਧ ਟੁੱਟ ਜਾਵੇ ਤੇ ਮੇਰਾ ਤੇ ਪ੍ਰਮਾਤਮਾ ਦਾ ਸੰਬੰਧ ਜੁੜ ਜਾਵੇ। ਸੋ ਅੱਜ ਦੇ ਸ਼ਲੋਕ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਹਨ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ, ਹਉ ਵਿੱਚ ਗਿਆ। ਹਉ ਦਾ ਅਰਥ ਹੈ ਮੈਂ, ਜੀਵ ਦੀ ਆਪਣੀ ਮੈਂ ਦਾ ਖਿਆਲ, ਆਪਣੀ ਵੱਖਰੀ ਹਸਤੀ ਸਮਝ ਕੇ ਬਹਿਣਾ, ਆਪਣੇ ਆਪ ਨੂੰ ਕਰਤਾ ਸਮਝਣਾ, ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਣਾ। ਗਿਆ ਦਾ ਅਰਥ ਹੈ ਗਵਾਚਿਆ, ਨੁਕਸਾਨ ਹੋਇਆ। ਸਾਹਿਬ ਜੀ ਕਹਿੰਦੇ ਨੇ, ਜਦ ਤਾਈਂ ਜੀਵ ਹਉਮੈ ਦੇ ਵਿੱਚ, ਮੈਂ ਮੇਰੀ ਦੇ ਵਿੱਚ ਜਿਉ ਰਿਹਾ ਹੈ, ਆਪਣੇ ਆਪ ਨੂੰ ਰੱਬ ਤੋਂ ਵੱਖਰਾ ਸਮਝ ਕੇ ਜਿਉ ਰਿਹਾ ਹੈ, ਪਰਮਾਤਮਾ ਦੀ ਕੁਦਰਤ ਨਾਲੋਂ ਆਪਣੀ ਆਡਰੀ ਹਸਤੀ, ਆਪਣੀ ਆਡਰੀ ਪਹਿਚਾਣ ਬਣਾ ਕੇ ਬੈਠਾ ਹੈ, ਤਦ ਤਾਈਂ ਕਦੀ ਜਗਤ ਦੇ ਵਿੱਚ ਇਸ ਨੂੰ ਸੁੱਖ ਨਹੀਂ ਮਿਲੇਗਾ। ਇਹ ਵਾਹਿਗੁਰੂ ਦੇ ਇਸ ਜਗਤ ਨੂੰ ਸਮਝ ਨਹੀਂ ਪਾਵੇਗਾ ਤੇ ਇਸ ਜਗਤ ਦੀ ਮੈਂ ਮੇਰੀ ਦੇ ਚੱਕਰਾਂ ਦੇ ਵਿੱਚ ਆਪਣਾ ਜੀਵਨ ਬਰਬਾਦ ਕਰਦਾ ਰਹੇਗਾ, ਬਾਰ-ਬਾਰ ਆਪਣੀ ਜ਼ਿੰਦਗੀ ਨੂੰ ਤਬਾਹ ਕਰੇਗਾ। ਹਉਮੈ ਹੀ ਹੈ ਜੋ ਹਰ ਇੱਕ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾ ਰਹੀ ਹੈ। ਹਉਮੈ ਹੀ ਹੈ ਜੋ ਮਨੁੱਖ ਦੇ ਵਿੱਚ ਕਠੋਰਤਾ ਪੈਦਾ ਕਰ ਰਹੀ ਹੈ। ਤੇ ਸਭ ਕਹਿੰਦੇ ਨੇ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਹਉਮੈ ਦੇ ਵਿੱਚ ਹੀ ਇਹ ਰੋਜ਼ਾਨਾ ਜੰਮਦਾ ਹੈ, ਬਾਰ-ਬਾਰ ਮਰਦਾ ਹੈ। ਹਰ ਇੱਕ ਸਵਾਸ ਦੇ ਵਿੱਚ ਇਹਦੇ ਮੈਂ ਹੀ ਹੈ। ਜੰਮਣ ਮਰਨ ਦਾ ਅਰਥ ਕੀ ਹੈ? ਜਿੰਨੇ ਸਵਾਸ ਅਸੀਂ ਲੈ ਰਹੇ ਹਾਂ, ਹਰ ਸਵਾਸ ਦੀ ਮੌਤ ਹੈ, ਹਰ ਸਵਾਸ ਦਾ ਇੱਕ ਨਵਾਂ ਜਨਮ ਹੈ। ਅਸੀਂ ਇੱਕ ਸਾਹ ਲੈਂਦੇ ਹਾਂ, ਉਹ ਮਰਦਾ ਹੈ, ਦੂਸਰਾ ਸਾਹ ਆਉਂਦਾ ਹੈ ਤੇ ਅਸੀਂ ਜੰਮਦਾ ਹੈ। ਜੇ ਇਹ ਸਾਹ ਨਾ ਆਵੇ ਤੇ ਸਾਡੀ ਮੌਤ ਹੈ, ਜੇ ਆ ਗਿਆ ਹੈ ਤੇ ਸਾਡਾ ਜਨਮ ਹੈ। ਸੋ ਆਪਾਂ ਜ਼ਿੰਦਗੀ ਵਿੱਚ ਕਿਤਨੇ ਸਵਾਸ ਆ ਰਹੇ ਨੇ, ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ। ਹਰ ਸਵਾਸ ਦੇ ਵਿੱਚ ਮੈਂ ਹੀ ਹੈ। ਸਵਾਸ ਆਉਂਦਾ ਹੈ ਤਾਂ ਵੀ ਮੈਂ ਕਹਿ ਰਿਹਾ, ਤੇ ਸਵਾਸ ਜਾ ਰਿਹਾ ਤਾਂ ਵੀ ਮੈਂ।
ਸੋ ਇਥੋਂ ਅਰਥ ਇਹ ਨੇ ਕਿ ਜੰਮਣ ਦਾ ਮਰਨ ਦਾ ਅਰਥ ਕੀ ਹੈ? ਜਿੰਨੇ ਸਵਾਸ ਅਸੀਂ ਹੁਣ ਤੱਕ ਲਏ ਨੇ, ਆ ਰਹੇ ਨੇ, ਜਾ ਰਹੇ ਨੇ, ਸਾਰਿਆਂ ਵਿੱਚ ਮੈਂ ਹੀ ਮੈਂ ਹੈ, ਹਉਮੈ ਹੀ ਹੈ। ਮੈਂ ਆਹ ਕੀਤਾ, ਮੈਂ ਇਵੇਂ ਕੀਤਾ, ਮੈਂ ਉਵੇਂ ਕੀਤਾ, ਮੇਰੀ ਇਹ ਪਹਿਚਾਣ, ਮੇਰਾ ਇਹ ਕੀਰਤਨ, ਮੇਰੀ ਇਹ ਕਥਾ, ਮੇਰਾ ਇਹ ਗੁਣ, ਸਾਰੀ ਉਮਰ ਮੈਂ ਮੇਰੀ ਦੇ ਵਿੱਚ ਹੀ ਜ਼ਿੰਦਗੀ ਟਪਾ ਦਿੱਤੀ ਹੈ। ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ। ਇਸ ਨੇ ਆਪਣੀ ਆਡਰੀ ਪਹਿਚਾਣ ਦੀ ਹੋਂਦ ਦੀ ਸੋਚ ਦੇ ਵਿੱਚ ਹੀ ਇਹ ਕਿਸੇ ਲੋੜਵੰਦ ਨੂੰ ਦਿੰਦਾ ਹੈ, ਤਾਂ ਵੀ ਹਉਮੈ ਦੇ ਵਿੱਚ, ਕਿ ਵੀ ਮੈਨੂੰ ਦੁਨੀਆ ਇਹ ਆਖੇ ਇਹ ਦਾਤਾ ਬੜਾ ਵੱਡਾ ਹੈ। ਤੇ ਜਦੋਂ ਇਸ ਨੂੰ ਲੋੜ ਪੈਂਦੀ ਹੈ ਤਾਂ ਵੀ ਬੜੀ ਆਕੜ ਦੇ ਵਿੱਚ ਦੂਸਰੇ ਦੇ ਕੋਲੋਂ ਲੈਂਦਾ ਕਿ ਮੈਂ ਤੇਰੀ ਮਦਦ ਕੀਤੀ ਸੀ, ਹੁਣ ਤੂੰ ਮੇਰੀ ਕਰ। ਹਉਮੈ ਦੇ ਵਿੱਚ ਹੀ ਦੇ ਰਿਹਾ ਹੈ, ਹਉਮੈ ਦੇ ਵਿੱਚ ਹੀ ਲੈ ਰਿਹਾ ਹੈ। ਦਾਤੇ ਦਾ ਹੰਕਾਰ ਇਸ ਭਾਵਨਾ 'ਚ ਦੇ ਰਿਹਾ ਹੈ ਕਿ ਲੋਕੀ ਇਹ ਕਹਿਣੇ ਦਾਤਾ ਬੜਾ ਹੈ, ਬਹੁਤ ਦਿੰਦਾ ਹੈ, ਤੇ ਲੈ ਰਿਹਾ ਹੈ ਇਹ ਕਹਿ ਕੇ ਕਿ ਮੇਰਾ ਹੱਕ ਹੈ। ਸੱਚੇ ਪਾਤਸ਼ਾਹ ਗੁਰਦੇਵ ਜੀ ਕਹਿੰਦੇ ਨੇ, ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ। ਹਉਮੈ ਦੇ ਵਿੱਚ ਹੀ ਦਾਨ ਪੁੰਨ ਕਰ ਰਿਹਾ ਹੈ ਤੇ ਹਉਮੈ ਦੇ ਵਿੱਚ ਹੀ ਲੈ ਰਿਹਾ ਹੈ। ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ। ਇਸ ਮੈਂ ਦੇ ਖਿਆਲ ਵਿੱਚ ਇਹ ਕਈ ਕੰਮ ਇਹੋ ਜਿਹੇ ਕਰ ਬਹਿੰਦਾ ਹੈ ਤੇ ਜਿਹਦੇ ਵਿੱਚ ਇਹ ਕੁਝ ਵੀ ਨਹੀਂ ਖੱਟ ਪਾਉਂਦਾ ਤੇ ਸਭ ਕੁਝ ਗਵਾਉਂਦਾ ਹੀ ਹੈ। ਜੇ ਕੁਝ ਪ੍ਰਾਪਤ ਕਰ ਰਿਹਾ ਹੈ ਤਾਂ ਵੀ ਮੈਂ ਦੇ ਵਿੱਚ ਹੀ, ਤੇ ਜੇ ਗਵਾ ਰਿਹਾ ਹੈ ਤਾਂ ਵੀ ਮੈਂ ਦੇ ਵਿੱਚ ਹੀ। ਸਤਿਗੁਰੂ ਕਹਿੰਦੇ ਗੱਲ ਕੀ, ਜ਼ਿੰਦਗੀ ਵਿੱਚ ਸਿਰਫ ਇਹਦੇ ਇੱਕ ਹੀ ਸ਼ਬਦ ਹੈ, ਮੈਂ। ਇਹ ਤੋਂ ਇਲਾਵਾ ਹੋਰ ਦੂਜੀ ਕੋਈ ਗੱਲ ਨਹੀਂ। ਹਉਮ ਵਿੱਚ ਸੱਚਿਆਰ ਕੁੜਿਆਰ। ਜਿਤਨਾ ਚਿਰ ਜੀਵ ਮੇਰ ਤੇਰ ਵਾਲੀ ਹੱਦਬੰਦੀ ਦੇ ਵਿੱਚ ਰਹੇਗਾ, ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਕਦੀ ਸੱਚਾ ਤੇ ਕਦੀ ਝੂਠਾ ਬਣਦਾ ਰਹੇਗਾ। ਕਿਉਂਕਿ ਕਦੀ ਇਹ ਚੰਗੇ ਕਰਮ ਕਰਦਾ ਹੈ ਤੇ ਉਸ ਚੰਗੇ ਕਰਮ ਦਾ ਫਿਰ ਹੰਕਾਰ ਕਰਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਦਾ ਹੈ, ਫਿਰ ਉਸੇ ਕਰਮਾਂ ਨੂੰ ਮੰਦੇ ਕਰਮਾਂ ਦੇ ਵਿੱਚ ਬਦਲ ਦਿੰਦਾ ਹੈ। ਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਬਸ ਇਹ ਹਉਮੈ ਦੇ ਵਿੱਚ ਹੀ ਕਦੀ ਸਚਿਆਰ ਬਣਦਾ ਹੈ ਤੇ ਕਦੀ ਕੁੜਿਆਰ ਬਣਦਾ ਹੈ। ਇਹਦੀ ਹਉਮੈ ਕਦੀ ਨੂੰ ਸਚਿਆਰਤਾ ਬਣਾ ਦਿੰਦੀ ਹੈ। ਸਚਿਆਰ ਬਣਦਾ ਇਹ ਦਾਵਾ ਜਿਹੜਾ ਕਰਦਾ ਹੈ, ਵਿਖਾਵਾ ਕਰਦਾ ਹੈ, ਉਹਦੇ ਵਿੱਚ ਜਦੋਂ ਮੈਂ ਰੱਖ ਲੈਂਦਾ ਕਿ ਮੈਂ ਸਚਿਆਰ ਆ, ਮੈਂ ਇਹ ਚੰਗਾ ਕੰਮ ਕੀਤਾ ਹੈ, ਫਿਰ ਦੁਬਾਰਾ ਉਤਨੀ ਮੈਲ ਆਪਣੇ ਮਨ ਤੇ ਚੜਾ ਕੇ ਕੁੜਿਆਰ ਬਣ ਜਾਂਦਾ ਹੈ। ਉਹੀ ਇਹ ਲੋਕੀ ਇਹਦੇ ਉਸ ਦਿੱਤੇ ਹੋਏ ਕੀਤੇ ਹੋਏ ਕਰਮ ਨੂੰ ਕੁੜਿਆਰ ਰੂਪ ਦੇ ਵਿੱਚ, ਕੂੜ ਰੂਪ ਵਿੱਚ ਵੇਖਦੇ ਹਨ। ਜਦੋਂ ਵੇਖਦੇ ਹਨ ਕਿ ਇਹ ਆਪਣੇ ਦਿੱਤੇ ਹੋਏ ਦਾ ਹੰਕਾਰ ਕਰ ਰਿਹਾ ਹੈ, ਇੱਕ ਬੰਨੇ ਸਚਿਆਰਤਾ ਦਾ ਦਾਵਾ ਕਰ ਰਿਹਾ ਹੈ, ਦੂਜੇ ਬੰਨੇ ਆਪਣੀ ਮੈਂ ਮੇਰੀ ਦੇ ਚੱਕਰ ਦੇ ਵਿੱਚ ਲੋਕਾਂ ਦੀ ਨਜ਼ਰਾਂ ਦੇ ਵਿੱਚ ਝੂਠਾ ਪੈ ਰਿਹਾ ਹੈ। ਹਉਮ ਵਿੱਚ ਪਾਪ ਪੁੰਨ ਵਿਚਾਰ। ਜਦ ਤਾਈਂ ਇਹ ਆਪਣੇ ਕਾਦਰ ਦੇ ਨਾਲੋਂ, ਪਰਮਾਤਮਾ ਦੇ ਨਾਲੋਂ ਆਪਣੀ ਵੱਖਰੀ ਹੋਣ ਦੇ ਭਰਮ ਦੇ ਵਿੱਚ ਹੈ, ਤਦ ਤਾਈਂ ਆਪਣੇ ਕੀਤੇ ਹੋਏ ਪਾਪਾਂ ਤੇ ਪੁੰਨਾਂ ਦੀ ਗਿਣਤੀ ਹੀ ਕਰਦਾ ਰਹਿੰਦਾ। ਮੈਂ ਆਹ ਪੁੰਨ ਕੀਤੇ ਨੇ, ਮੈਂ ਆਹ ਪਾਪ ਕੀਤੇ ਹਨ। ਪਹਿਲੀ ਗੱਲ, ਪਾਪ ਤੇ ਚਿਤਾਰਦਾ ਹੀ ਨਹੀਂ, ਪੁੰਨਾਂ ਦਾ ਹਿਸਾਬ ਬੜਾ ਵੱਡਾ ਲੰਬਾ ਚੌੜਾ ਰੱਖਦਾ। ਹਾਂ ਕਿਤੇ ਖਿਆਲ ਆ ਜਾਵੇ ਹਿਰਦੇ ਵਿੱਚ ਬੈਠਿਆਂ ਦੇ ਕਿ ਵੀ ਮੈਂ ਇਹ ਪਾਪ ਵੀ ਕੀਤੇ ਹਨ, ਪਰ ਉਹ ਪਾਪ ਵੀ ਹੰਕਾਰ ਦੇ ਵੱਸ ਹੋ ਕੇ ਕੀਤੇ ਹਨ। ਪੁੰਨ ਕਰ ਰਿਹਾ ਹੈ ਤਾਂ ਵੀ ਮੈਂ ਮੇਰੀ ਦੇ ਚੱਕਰ ਦੇ ਵਿੱਚ, ਤੇ ਉਸੇ ਹੀ ਪੁੰਨਾਂ ਨੂੰ ਪਾਪਾਂ ਦੇ ਰੂਪ ਦੇ ਵਿੱਚ ਬਦਲ ਰਿਹਾ ਹੈ। ਜਦੋਂ ਇਹ ਮੈਂ ਕਰਦਾ ਹੋਇਆ ਚੰਗੇ ਕਰਮਾਂ ਨੂੰ ਮਾੜੇ ਕਰਮਾਂ ਵਿੱਚ ਤਬਦੀਲ ਕਰ ਦਿੰਦਾ ਹੈ। ਇਹਦੇ ਭਲੇ ਕੀਤੇ ਹੋਏ ਕੰਮ ਵੀ ਮਾੜੇ ਲੱਗਣ ਲੱਗ ਪੈਂਦੇ ਹਨ ਜਦੋਂ ਇਹ ਨਾਲ ਮੈਂ ਜੋੜ ਕੇ ਰੱਖਦਾ ਹੈ। ਹਉਮ ਵਿੱਚ ਨਰਕ ਸੁਰਗ ਅਵਤਾਰ। ਮੈਂ ਮੇਰੀ ਦੇ ਚੱਕਰ ਦੇ ਵਿੱਚ ਨਰਕ ਵਰਗਾ ਜੀਵਨ ਜਿਉ ਰਿਹਾ, ਭਾਵ ਇਹਦੀ ਮੱਤ ਮਲੀਨ ਹੋ ਜਾਂਦੀ ਹੈ। ਪਹਿਲਾਂ ਤੇ ਇਹ ਆਪਣੇ ਆਪ ਨੂੰ ਕਿਤੇ ਸਵਰਗ ਦਾ ਧਾਰਨੀ ਅਖਵਾਉਂਦਾ ਹੈ ਜਦੋਂ ਦਾਨ ਪੁੰਨ ਕਰਦਾ ਹੈ, ਕਿਸੇ ਦਾ ਲੋੜਵੰਦ ਦੀ ਮਦਦ ਕਰਦਾ ਹੈ, ਕਿਸੇ ਨਿਆਸਰੇ ਨੂੰ ਆਸਰਾ ਦਿੰਦਾ ਹੈ। ਪਰ ਜਦੋਂ ਉਹਦੇ ਨਿਆਸਰੇ ਨੂੰ ਦਿੱਤੇ ਹੋਏ ਆਸਰੇ ਨੂੰ ਚਿਤਾਰਦਾ ਹੈ, ਮੈਂ ਇਹਨੂੰ ਆਸਰਾ ਦਿੱਤਾ, ਇਹਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ, ਮੈਂ ਇਹਨੂੰ ਥਾਂ ਦਿੱਤਾ, ਇਹ ਰੁਲਦਾ ਫਿਰਦਾ ਹੁੰਦਾ ਸੀ, ਮੈਂ ਇਹਦੀ ਬਾਂਹ ਫੜੀ, ਕੀਤੇ ਹੋਏ ਕਰਮ ਨੂੰ ਵੀ ਨਰਕਾਂ ਦੇ ਵਿੱਚ ਤਬਦੀਲ ਕਰ ਦਿੰਦਾ ਹੈ। ਭਾਵ ਮੈੜੀ ਸੋਚ, ਮਾੜੀ ਮੱਤ ਦੇ ਵਿੱਚ ਇੰਨਾ ਡਿੱਗ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਨਰਕ ਤੋਂ ਵੀ ਬੱਤਰ ਕਰ ਲੈਂਦਾ ਹੈ। ਸਤਿਗੁਰੂ ਕਹਿੰਦੇ ਨੇ, ਸਭ ਦਾ ਕਾਰਨ ਇਹ ਹਉਮੈ ਦਾ ਰੋਗ ਹੈ, ਜਿਹੜਾ ਹਉਮੈ ਇਹਨੇ ਆਪਣੇ ਜੀਵਨ ਵਿੱਚ ਰੱਖੀ ਹੈ। ਹਉਮ ਵਿੱਚ ਹੱਸੈ, ਹਉਮ ਵਿੱਚ ਰੋਵੈ।
ਆਪਣੀ ਮੈਂ ਮੇਰੀ ਦੇ ਚੱਕਰਾਂ ਦੇ ਵਿੱਚ ਕੀਤੇ ਹੋਏ ਚੰਗੇ ਮੈਂ ਮੇਰੀ ਦੇ ਚੱਕਰਾਂ ਦੇ ਵਿੱਚ ਪ੍ਰਾਪਤ ਕੀਤੇ ਹੋਏ ਸੁੱਖਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਕਦੀ ਖਿਆਲ ਕਰਨਾ, ਅੱਜ ਅਸੀਂ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚੋਂ ਇਤਨਾ ਕੁ ਵਿਸਾਰ ਦਿੱਤਾ ਹੈ, ਜੇ ਖੁਸ਼ੀ ਆ ਜਾਵੇ ਤੇ ਅਸੀਂ ਭੰਗੜੇ, ਪਖੰਡ, ਡਰਾਮੇ, ਨਾਟਕ ਚੇਟਕ, ਸ਼ਰਾਬਾਂ ਦੇ ਦੌਰ, ਨਸ਼ਿਆਂ ਦੇ ਵਲਵਲਿਆਂ 'ਚ ਐਸਾ ਫਸ ਜਾਂਦੇ ਆ ਕਿ ਭੁੱਲ ਹੀ ਜਾਂਦਾ ਹੈ ਕਿ ਪ੍ਰਮਾਤਮਾ ਦਾ ਕੋਈ ਸ਼ੁਕਰਾਨਾ ਵੀ ਕਰਨਾ ਹੈ। ਤੇ ਜੇ ਦੁੱਖ ਆ ਜਾਂਦਾ ਹੈ ਤਾਂ ਵੀ ਧਾਹਾਂ ਮਾਰ ਮਾਰ ਕੇ ਰੋਂਦੇ ਆ, ਪਿੱਟਦੇ ਹਾਂ। ਤੇ ਸਾਹਿਬ ਕਹਿੰਦੇ ਨੇ ਸਾਰਿਆਂ ਦਾ ਕਾਰਨ ਇਹਦੀ ਮੈਂ ਹੈ। ਇਹ ਮੈਂ ਦੇ ਵਿੱਚ ਹੀ ਸੁੱਖ ਪਾ ਰਿਹਾ ਹੈ ਤੇ ਮੈਂ ਦੇ ਵਿੱਚ ਹੀ ਦੁਖੀ ਹੋ ਰਿਹਾ ਹੈ। ਕਦੀ ਹੱਸਦਾ ਹੈ ਆਪਣੇ ਸੁੱਖਾਂ ਨੂੰ ਵੇਖ ਕੇ ਤੇ ਕਦੀ ਰੋਂਦਾ ਹੈ ਆਪਣੇ ਦੁੱਖਾਂ ਨੂੰ ਵੇਖ ਕੇ। ਸਭ ਕੁਝ ਇਹਦੀ ਮੈਂ ਨੇ ਹੀ ਇਹ ਸਭ ਕੁਝ ਇਹਦੇ ਜੀਵਨ ਦੇ ਵਿੱਚ ਲਿਆਂਦਾ ਹੈ। ਹਉ ਵਿੱਚ ਭਰੀਐ, ਹਉ ਵਿੱਚ ਧੋਵੈ। ਰੱਬ ਨਾਲੋਂ ਆਪਣੀ ਵੱਖਰੀ ਹਸਤੀ ਸਮਝ ਕੇ ਜਿਹੜਾ ਇਹ ਬੈਠਾ ਹੈ, ਇਹਦੇ ਵਿੱਚ ਕਦੀ ਇਹਦੇ ਮਨ ਪਾਪਾਂ ਦੀ ਮੈਲ ਦੇ ਨਾਲ ਭਰ ਜਾਂਦਾ ਹੈ, ਕਦੀ ਆਪਣੇ ਮਨ ਨੂੰ ਇਹ ਪਾਪਾਂ ਦੇ ਨਾਲ ਭਰ ਲੈਂਦਾ ਹੈ ਤੇ ਕਦੀ ਆਪਣੇ ਉਦਮ ਦੇ ਆਸਰੇ ਉਸ ਮੈਲ ਨੂੰ ਧੋਣ ਦਾ ਵੀ ਯਤਨ ਕਰਦਾ ਹੈ। ਬਾਣੀ ਪੜ੍ਹਦਾ ਹੈ, ਚੰਗੇ ਕੰਮ ਕਰਦਾ ਹੈ, ਸੇਵਾ ਕਰਦਾ ਹੈ, ਪਰ ਜਦੋਂ ਨਾਲ ਇਹ ਕਹਿਣ ਲੱਗ ਪੈਂਦਾ ਮੈਂ ਸੇਵਾ ਕੀਤੀ ਹੈ, ਆਪਣੇ ਉਸ ਚੰਗੇ ਕੰਮ ਨੂੰ ਮਾੜੇ ਕੰਮ ਵਿੱਚ ਤਬਦੀਲ ਕਰ ਲੈਂਦਾ ਹੈ, ਆਪਣੇ ਮਨ ਨੂੰ ਫਿਰ ਉਨਾ ਹੀ ਪਾਪਾਂ ਦੇ ਨਾਲ ਭਰ ਲੈਂਦਾ ਹੈ। ਹਉ ਵਿੱਚ ਜਾਤੀ ਜਿਨਸੀ ਖੋਵੈ। ਇਸ ਵੱਖਰੀ ਹੋਂਦ ਵਿੱਚ ਗਰਸਿਆ ਹੋਇਆ ਜੀਵ ਕਦੇ ਜਾਤ ਪਾਤ ਦੇ ਖਿਆਲ ਦੇ ਵਿੱਚ ਪੈ ਜਾਂਦਾ ਹੈ ਤੇ ਕਦੀ ਆਪਣੇ ਖਿਆਲ, ਆਪਣੀ ਉੱਚ ਜਾਤੀ ਦੇ ਹੰਕਾਰ ਦੇ ਵਿੱਚ ਆਪਣਾ ਸਭ ਕੁਝ ਗਵਾ ਲੈਂਦਾ ਹੈ। ਹਉ ਵਿੱਚ ਜਾਤੀ, ਜਾਤੀ ਦਾ ਅਰਥ ਹੈ ਜਾਤ ਪਾਤ। ਇਹਨੂੰ ਇਹ ਵੀ ਬੜਾ ਮਾਣ ਹੈ ਮੈਂ ਉੱਚ ਜਾਤੀ ਦਾ ਹਾਂ, ਆਪਣੇ ਆਪ ਦੇ ਹੰਕਾਰ ਵਿੱਚ ਜਿਉਂਦਾ ਹੈ। ਆ ਤੁਸੀਂ ਅੱਜ ਦੇਖ ਲਓ, ਆ ਵੱਖ-ਵੱਖ ਜਿਹੜੇ ਗੁਰਦੁਆਰੇ ਜਿਹੜੇ ਅੱਜ ਹਰ ਪੱਤੀ ਵਿੱਚ, ਵਿਦੇਸ਼ਾਂ ਦੇ ਵਿੱਚ ਵੀ 5-5 ਗੁਰਦੁਆਰੇ ਇੱਕ ਸਟਰੀਟ ਤੇ ਬਣ ਗਏ ਨੇ, ਸਿਰਫ ਜਾਤ ਪਾਤ ਦੇ ਹੰਕਾਰ ਕਰਕੇ। ਅਸੀਂ ਜੱਟ ਹੁੰਨੇ ਆ, ਅਸੀਂ ਫਲਾਣੇ ਹੁੰਨੇ ਆ, ਅਸੀਂ ਭਾਪੇ ਹੁੰਨੇ ਆ, ਅਸੀਂ ਲਬਾੜੇ ਹੁੰਨੇ ਆ, ਅਸੀਂ ਫਲਾਣੇ ਹੁੰਨੇ ਆ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦਾ ਸਿੱਖ ਤੇ ਗਵਾਚ ਹੀ ਗਿਆ। ਕਿਉਂ? ਕਿਉਂਕਿ ਆਪਣੀ ਜਾਤ ਦਾ ਹੰਕਾਰ ਹੈ, ਆਪਣੇ ਜਾਤ ਦੇ ਕੋੜ ਦੇ ਵਿੱਚ ਆਪਣਾ ਜੀਵਨ ਬਰਬਾਦ ਕਰ ਰਹੇ ਆ। ਕਿਸੇ ਮੁਸਲਮਾਨ ਨੂੰ ਪੁੱਛ ਕੇ ਵੇਖੋ ਤੇਰੀ ਕੀ ਜਾਤ ਹੈ, ਉਹ ਸਾਰੇ ਕੀ ਕਹਿੰਦੇ ਅਸੀਂ ਮੁਸਲਮਾਨ ਆ। ਪਰ ਸਿੱਖ ਨੂੰ ਪੁੱਛ ਕੇ ਵੇਖੋ ਤੇਰੀ ਕਿਹੜੀ ਜਾਤ ਹੈ, ਪਤਾ ਨਹੀਂ ਕਿਤਨੀਆਂ ਜਾਤਾਂ ਗਣਾ ਦੇਵੇਗਾ, ਇਤਨੀਆਂ ਇਹਦੀਆਂ ਕਾਸਟਾਂ ਗਣਾ ਦੇਵੇਗਾ। ਫਿਰ ਹੰਕਾਰ ਹੈ, ਅਰਦਾਸ ਦੇ ਵਿੱਚ ਮੇਰੀ ਜਾਤ ਵੀ ਬੋਲਣੀ ਚਾਹੀਦੀ ਹੈ, ਪਤਾ ਲੱਗੇ ਫਲਾਨੀ ਉੱਚ ਜਾਤੀ ਦੇ ਮਨੁੱਖ ਨੇ ਅਰਦਾਸ ਕਰਾਈ ਹੈ। ਸਤਿਗੁਰੂ ਕਹਿੰਦੇ ਮੈਂ ਹੈਰਾਨ ਆ, ਹਉ ਵਿੱਚ ਜਾਤੀ ਜਿਨਸੀ ਖੋਵੇ। ਹਉਮੈ ਦੇ ਵਿੱਚ ਹੀ, ਜਾਤ ਪਾਤ ਦੇ ਖਿਆਲ ਦੇ ਵਿੱਚ ਆਪਣਾ ਸਭ ਕੁਝ ਗਵਾ ਰਿਹਾ ਹੈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਜਿਤਨਾ ਚਿਰ ਜੀਵ ਆਪਣੀ ਪ੍ਰਮਾਤਮਾ ਤੋਂ ਵੱਖਰੀ ਹੋਂਦ ਦੀ ਚਾਰ ਦੀਵਾਰੀ ਕਰਕੇ ਰੱਖੇਗਾ, ਉਦੋਂ ਤੱਕ ਇਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤਾਤ ਵਾਰੀ ਮੂਰਖ ਤੇ ਕਈ ਵਾਰੀ ਸਿਆਣਾ ਗਿਣਿਆ ਜਾਵੇਗਾ, ਕਿਉਂਕਿ ਇਹ ਆਪਣੇ ਕੀਤੇ ਹੋਏ ਸਿਆਣਪ ਦੇ ਕਰਮਾਂ ਕਰਕੇ ਹੀ ਮੂਰਖ ਬਣ ਰਿਹਾ ਹੈ। ਹਉਮੈ ਵਿੱਚ ਆ ਕੇ ਆਪਣੇ ਆਪ ਨੂੰ ਸਿਆਣਾ ਸਮਝ ਰਿਹਾ ਹੈ, ਪਰ ਦਰਅਸਲ ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹ ਮੂਰਖ ਹੈ। ਸਭ ਕਹਿੰਦੇ ਦੇਖੋ ਕੈਸੀ ਕਮਾਲ ਦੀ ਗੱਲ ਹੈ, ਮੇਰੀ ਕਰਦਾ ਹੋਇਆ ਆਪਣੇ ਕਿਰਦਾਰ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਮੋਖ ਮੁਕਤ ਕੀ ਸਾਰ ਨਾ ਜਾਣਾ। ਭਾਵੇਂ ਇਹ ਮੂਰਖ ਸਮਝਿਆ ਜਾਵੇ ਤੇ ਭਾਵੇਂ ਇਹ ਸਿਆਣਾ, ਜਦ ਤੱਕ ਇਸ ਦੀ ਹੱਦਬੰਦੀ ਵਿੱਚ, ਇਹ ਆਪਣੇ ਵਿਕਾਰਾਂ ਦੀ ਹੱਦਬੰਦੀ ਵਿੱਚ ਬੱਝਾ ਹੋਇਆ ਹੈ, ਆਪਣੀ ਹੱਦਬੰਦੀ ਤੋਂ ਬਾਹਰ ਹੋਣ ਦਾ ਭਾਵ ਆਪਣੇ ਵਿਕਾਰਾਂ ਤੋਂ ਮੁਕਤੀ ਨਹੀਂ ਪ੍ਰਾਪਤ ਕਰਦਾ, ਇਹਨਾਂ ਵਿਕਾਰਾਂ ਤੋਂ ਉੱਪਰ ਨਹੀਂ ਉੱਠਦਾ, ਲੋਭ, ਲੱਭ, ਹੰਕਾਰ ਤੋਂ ਉੱਪਰ ਉੱਠਣ ਦੀ ਗੱਲ ਨਹੀਂ ਕਰਦਾ। ਸਾਹਿਬ ਜੀ ਕਹਿੰਦੇ ਇਹਨੂੰ ਜੀਵਨ ਜੁਗਤ ਦੀ ਗੱਲ ਸਮਝ ਨਹੀਂ ਆਉਣੀ, ਇਹਨੂੰ ਜੀਵਨ ਮੁਕਤ ਦੀ ਅਵਸਥਾ ਸਮਝ ਨਹੀਂ ਆਉਣੀ। ਇਹਨੇ ਐਵੇਂ ਹੀ ਆਪਣਾ ਜੀਵਨ ਬਰਬਾਦ ਕਰਦੇ ਰਹਿਣਾ ਹੈ। ਹਉਮੈ ਵਿੱਚ ਮਾਇਆ, ਹਉਮੈ ਵਿੱਚ ਛਾਇਆ। ਜਦ ਤਾਈਂ ਰੱਬ ਦੇ ਵਿਛੋੜੇ ਦੀ ਹਾਲਤ ਵਿੱਚ ਹੈ, ਤਦ ਤਾਈਂ ਜੀਵ ਮਾਇਆ ਕੂਕਦਾ ਫਿਰਦਾ ਹੈ। ਤਦ ਤਾਈਂ ਇਸ ਉੱਤੇ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ। ਇਹ ਮਾਇਆ ਦਾ ਹੀ ਜਾਲ ਹੈ। ਹਰ ਵਕਤ ਮੈਂ ਦੇ ਵਿੱਚ ਹੀ ਜ਼ਿੰਦਗੀ ਜੂ ਰਿਹਾ, ਹਰ ਵਕਤ ਆਪਣੇ ਆਪ ਨੂੰ ਮੈਂ ਤੋਂ ਬਿਨਾਂ ਇਹਨੂੰ ਦੂਜੀ ਕੋਈ ਗੱਲ ਨਹੀਂ ਆਉਂਦੀ। ਸਤਿਗੁਰੂ ਜੀ ਕਹਿੰਦੇ ਨੇ ਹਉਮੈ ਕਰ ਕਰ ਜੰਤ ਉਪਾਇਆ। ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਆਪਣਾ ਜੀਵਨ ਬਰਬਾਦ ਕਰਦਾ ਹੈ ਤੇ ਪ੍ਰਮਾਤਮਾ ਦੇ ਘਰ ਤੋਂ ਖੁਆਰ ਹੁੰਦਾ ਹੈ।
पर हौमै बूझै तां दर सुझै। ਜਦੋਂ ਰੱਬ ਦੇ ਵਿਛੋੜੇ ਵਾਲੀ ਹਾਲਤ ਨੂੰ ਸਮਝ ਲਵੇਗਾ, ਸਮਝ ਪੈ ਜਾਵੇਗੀ ਮੇਰੀ ਮੈਂ ਹੀ ਪਰਮਾਤਮਾ ਦੇ ਘਰ ਦੀ ਰੁਕਾਵਟ ਹੈ, ਸਮਝ ਪੈ ਜਾਵੇਗੀ ਕਿ ਸਿੰਬਲ ਵਰਗਾ ਬੂਟਾ ਜੋ ਇਤਨਾ ਲੰਬਾ ਚੌੜਾ ਹੋਣ ਦਾ ਮਾਣ ਰੱਖ ਕੇ ਬੈਠਾ ਹੈ, ਪਰ ਉਹਦੇ ਉੱਪਰ ਜਿਹੜੇ ਫਲ ਨੇ ਉਹ ਬੱਕੇ ਨੇ, ਫੁੱਲ ਜਿਹੜੇ ਨੇ ਫਿੱਕੇ ਨੇ, ਪੱਤੇ ਵੀ ਉਹਦੇ ਕਿਸੇ ਕੰਮ ਨਹੀਂ ਆਉਂਦੇ। ਇਸੇ ਕਰਕੇ ਸਾਹਿਬ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਦ। ਨਿਮਰਤਾ ਹੀ ਸਾਰੇ ਫਲਾਂ ਦਾ ਸਵਾਦ ਹੈ। ਅੰਬਾਂ ਨੂੰ ਬੂਰ ਲੱਗਦਾ ਹੈ, ਫਲ ਲੱਗਦਾ ਹੈ, ਕਦੀ ਮਾਣ ਕਰਦਾ ਹੈ ਅੰਬ ਦਾ ਬੂਟਾ, ਸਗੋਂ ਲੋਕਾਂ ਦੇ ਮਿਠਾਸ ਦੇ ਫਲ ਦੇ ਕੇ ਲੋਕਾਂ ਦੀ ਪਿਆਸ ਬੁਝਾਉਂਦਾ ਹੈ, ਲੋਕਾਂ ਨੂੰ ਤ੍ਰਿਪਤ ਕਰਦਾ ਹੈ। ਤੇ ਜਿਵੇਂ ਜਿਵੇਂ ਫਲ ਲੱਗਦਾ ਹੈ ਅੰਬ ਤੇ, ਅੰਬ ਨੀਵਾਂ ਹੁੰਦਾ ਜਾਂਦਾ ਹੈ। ਇਵੇਂ ਹੀ ਜਿਹੜੇ ਗੁਰਮੁਖ ਨੇ, ਭਗਤ ਨੇ, ਜਿਵੇਂ ਜਿਵੇਂ ਉਹਨਾਂ ਵਿੱਚ ਪ੍ਰਮਾਤਮਾ ਦਾ ਗਿਆਨ ਆਉਣ ਲੱਗਦਾ ਹੈ, ਸਮਝ ਆਉਣ ਲੱਗਦੀ ਹੈ, ਫਿਰ ਉਹ ਇੱਕ ਹੀ ਗੱਲ ਕਹਿੰਦੇ ਨੇ, ਅਸੀਂ ਕੁਝ ਨਹੀਂ ਕਰਨ ਵਾਲੇ, ਸਭ ਕੁਝ ਵਾਹਿਗੁਰੂ ਕਰਾ ਰਿਹਾ ਹੈ, ਇਹ ਵਾਹਿਗੁਰੂ ਦਾ ਦਿੱਤਾ ਹੈ, ਵਾਹਿਗੁਰੂ ਦਾ ਹੀ ਮਾਣ ਹੈ। ਕਿਉਂਕਿ ਜਿਸ ਦਿਨ ਮਨੁੱਖ ਉੱਪਰ ਉੱਠ ਗਿਆ ਨਾ ਜਾਤ ਪਾਤ ਧਰਮ ਦੇ ਹੰਕਾਰ ਤੋਂ, ਅੱਜ ਸਭ ਤੋਂ ਵੱਡਾ ਹੰਕਾਰ ਧਰਮ ਬਣਦਾ ਜਾ ਰਿਹਾ ਹੈ। ਕਿਉਂਕਿ ਹੰਕਾਰ ਧਰਮ ਜਦੋਂ ਬਣ ਜਾਵੇ, ਨਿਸ਼ਾਨੀ ਇਹ ਹੈ ਮਨੁੱਖ ਅਤਿਆਚਾਰੀ ਹੋ ਜਾਵੇਗਾ, ਕੱਟੜ ਹੋ ਜਾਵੇਗਾ, ਇਹ ਸੋਚੇਗਾ ਮੈਂ ਹੀ ਸਭ ਤੋਂ ਵਧੀਆ ਧਰਮੀ ਆ। ਅੱਜ ਇਤਨਾ ਕਤਲੇਆਮ ਹੋ ਰਿਹਾ ਹੈ। ਕੱਲ ਫਰਾਂਸ ਦੀ ਧਰਤੀ ਦੇ ਉੱਪਰ ਇਤਨਾ ਵੱਡਾ ਕੋਹਰਾਮ ਮਚਿਆ ਹੈ, 80 ਤੋਂ ਜ਼ਿਆਦਾ ਮਨੁੱਖ ਤਬਾਹ ਕਰ ਦਿੱਤੇ ਹਨ। ਕਿਹਨਾਂ ਨੇ ਕੀਤੇ ਨੇ? ਧਰਮ ਦੀ ਕੱਟੜਤਾ ਵਾਲਿਆਂ ਨੇ, ਜਿਨ੍ਹਾਂ ਨੇ ਇਹ ਮੰਨ ਲਿਆ ਸਾਡਾ ਹੀ ਧਰਮ ਵਧੀਆ ਹੈ, ਕੇਵਲ ਉਹੀ ਧਰਤੀ ਤੇ ਰਹੇਗਾ ਜੋ ਸਾਡਾ ਧਰਮ ਮੰਨੂਗਾ, ਬਾਕੀ ਕੋਈ ਨਹੀਂ ਰਹਿਣ ਦੇਣਾ। ਇਹੀ ਹਾਲਤ ਕਸ਼ਮੀਰ ਦੀ ਧਰਤੀ ਤੇ ਹੋ ਰਹੀ ਹੈ। ਨਿਆਸਰਿਆਂ ਨੂੰ, ਨਿੱਕੇ ਨਿੱਕੇ ਜਵਾਕਾਂ ਨੂੰ, ਜਿਹੜਾ 1995 ਦੇ ਵਿੱਚ ਪੰਜਾਬ ਦੇ ਵਿੱਚ ਦੌਰ ਚੱਲਿਆ ਸੀ, ਛੋਟੇ ਛੋਟੇ ਬੱਚਿਆਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਸੀ, ਇਹੀ ਹਾਲਤ ਅੱਜ ਕਸ਼ਮੀਰ ਦੀ ਧਰਤੀ ਤੇ ਹੋ ਰਹੀ ਹੈ। ਨਿਰਦੋਸ਼ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਨੇ, ਫੌਜ ਤਬਾਹੀ ਆਪ ਮਚਾ ਰਹੀ ਹੈ। ਕਮਾਲ ਦੀ ਗੱਲ ਹੈ, ਇਤਨਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਵੀ ਕਦੀ ਅਸੀਂ ਆਵਾਜ਼ ਨਹੀਂ ਬੁਲੰਦ ਕੀਤੀ। ਚੇਤਾ ਰੱਖਿਓ, ਜੇ ਅਸੀਂ ਆਪਣੀ ਜੈਨੋਸਾਈਡ ਉੱਤੇ ਰੋਨੇ ਆ ਨਾ, ਆਪਣੇ ਕਤਲੇਆਮ ਤੇ ਰੋਨੇ ਆ, ਸਾਨੂੰ ਦੂਜਿਆਂ ਵਾਸਤੇ ਵੀ ਆਵਾਜ਼ ਚੁੱਕਣੀ ਚਾਹੀਦੀ ਹੈ। ਦੂਜਿਆਂ ਦੇ ਘਰ ਦੇ ਵਿੱਚ ਜਦੋਂ ਤਬਾਹੀ ਮਚਦੀ ਹੈ, ਉਦੋਂ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕਿਉਂਕਿ ਕਿਸੇ ਵੀ ਨਫ਼ਰਤ ਨੂੰ, ਕਿਸੇ ਵੀ ਕੱਟੜਤਾ ਨੂੰ ਸਹਿਯੋਗ ਦੇਣਾ ਸਾਡੇ ਆਪਣੇ ਆਪ ਨੂੰ ਸਾੜਨ ਬਰਾਬਰ ਹੈ, ਆਪਣੇ ਆਪ ਨੂੰ ਜਲਾਉਣ ਬਰਾਬਰ ਹੈ। ਅੱਜ ਇਸ ਹਉਮੈ ਨੇ ਹੀ ਵੱਡੇ ਵੱਡੇ ਧਰਮੀ ਲੋਕਾਂ ਦੇ ਧਰਮ ਤਬਾਹ ਕਰ ਦਿੱਤੇ ਹਨ। ਸਤਿਗੁਰੂ ਜੀ ਨੇ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਸੀ, ਕਹਿੰਦੇ ਇਹ ਕਾਜੀ ਤੂੰ ਫਤਵੇ ਤੇ ਲਾ ਰਿਹਾ ਹੈ ਆਪਣੇ ਧਰਮ ਦੇ ਮਾਣ ਤੇ ਅਭਿਮਾਨ ਦੇ ਵਿੱਚ। ਕਦੀ ਆਪਣੀ ਕੁਰਾਨ ਪੜ੍ਹ ਕੇ ਵੀ ਵੇਖੀ ਹੈ, ਜਿਹਦੇ ਵਿੱਚ ਇਹ ਲਿਖਿਆ ਹੈ ਅੱਲਮ ਪਾਕੋ ਪਾਕ ਹੈ, ਜੇ ਅੱਲਾ ਹੈ ਉਹ ਸਾਰਿਆਂ ਨਾਲ ਪਿਆਰ ਕਰਦਾ ਹੈ, ਸਾਰਿਆਂ ਵਿੱਚ ਉਹੀ ਅੱਲਾ ਹੈ। ਇਹ ਹਿੰਦੂ ਵੀਰ ਤੂੰ ਬ੍ਰਾਹਮਣ ਵਾਂਗ ਬਣ ਕੇ ਜਾਤ ਪਾਤ ਕਰਕੇ ਮੈਂ ਮੇਰੀ ਦੇ ਚੱਕਰਾਂ ਵਿੱਚ ਸ਼ੂਦਰ ਕਹਿ ਕੇ ਲੋਕਾਂ ਨੂੰ ਦੁਕਾਰ ਰਿਹਾ ਹੈ। ਕਦੀ ਆਪਣੇ ਪੜ੍ਹ ਕੇ ਵੇਖੇ ਨੇ ਗ੍ਰੰਥ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਹੈ ਸਾਰੇ ਬਰਾਬਰ ਨੇ? ਕਿਹੜਾ ਧਰਮ ਹੈ ਜੋ ਵੰਡੀ ਪਾਉਣੀ ਸਿਖਾਵੇ, ਜਿਹਦੇ ਅੰਦਰ ਨਿਮਰਤਾ, ਪਵਿੱਤਰਤਾ ਤੇ ਪਿਆਰ ਬਣ ਗਿਆ? ਉਹ ਕ੍ਰਾਈਮ ਨਹੀਂ ਕਰੂਗਾ, ਉਹ ਦੂਸਰਿਆਂ ਨੂੰ ਉੱਤੇ ਗੋਲੀਆਂ ਨਹੀਂ ਬਰਸਾਊਗਾ, ਦੂਜਿਆਂ ਨੂੰ ਮਾਰੂਗਾ ਨਹੀਂ, ਦੂਜਿਆਂ ਦੀ ਤਬਾਹੀ ਨਹੀਂ ਕਰੂਗਾ, ਉਹ ਤੇ ਪਿਆਰ ਦਾ ਮੁਜੱਸਮਾ ਬਣ ਕੇ ਪਿਆਰ ਵੰਡੂਗਾ। ਮਨੁੱਖ ਦੇ ਅੰਦਰ ਪਿਆਰ ਚਾਹੀਦਾ ਸੀ, ਨਫ਼ਰਤ ਦਾ ਧਾਰਨੀ ਇਸ ਧਰਮ ਨੇ ਬਣਾ ਕੇ ਰੱਖ ਦਿੱਤਾ ਹੈ। ਅੱਜ ਅਸੀਂ ਵੀ ਆਪਣੇ ਧਰਮ ਨੂੰ ਕੱਟੜ ਬਣਾ ਰਹੇ ਹਾਂ, ਕਿਉਂਕਿ ਸਾਹਿਬ ਕਹਿੰਦੇ ਨੇ ਗਿਆਨ ਵਿਹੂਣਾ ਕਥ ਕਥ ਲੂਜੇ। ਕਹਿੰਦੇ ਇਹਦੇ ਕੋਲ ਗਿਆਨ ਹੈ ਕੋਈ ਨਹੀਂ, ਪ੍ਰਮਾਤਮਾ ਦੀ ਸਮਝ ਕੋਈ ਨਹੀਂ, ਪਰ ਆਪਣੀ ਮੈਂ ਮੇਰੀ ਦੇ ਚੱਕਰਾਂ ਦੇ ਵਿੱਚ ਝੂਠ ਬੋਲ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਧੋਖੇ ਦੇ ਰਿਹਾ ਹੈ। ਨਾਨਕ ਹੁਕਮੀ ਲਿਖੀਐ ਲੇਖ, ਹੇ ਨਾਨਕ ਇਹ ਲੇਖਾ ਰੱਬ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਦੇਣਾ ਪੈਣਾ ਹੈ। ਉਹਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਸੰਸਾਰ ਦਾ ਲੇਖਾ ਲਿਖਿਆ ਜਾ ਰਿਹਾ ਹੈ। ਇਹ ਸਭ ਉਹਦਾ ਹੁਕਮ ਹੈ। ਜਿਹਾ ਵੇਖੈ ਤੇਹਾ ਵੇਖ, ਜਿਸ ਤਰੀਕੇ ਦੀ ਨਿਗਾਹ ਤੂੰ ਆਪਣੀ ਰੱਖੇਗਾ ਉਹ ਜਿਹਾ ਤੈਨੂੰ ਸੰਸਾਰ ਦਿਸੂਗਾ। ਜੇ ਤੂੰ ਆਪਣੀ ਨਿਗਾਹ ਵਿੱਚ ਪਵਿੱਤਰਤਾ ਲਿਆਵੇਂਗਾ, ਨਿਰਮਲਤਾਈ ਲਿਆਵੇਂਗਾ, ਮਾਨਸਿਕ ਸਰੂਪ ਦੇ ਵਿੱਚ ਉੱਚਾ ਹੋ ਜਾਵੇਂਗਾ, ਤੂੰ ਸਾਰੇ ਸੰਸਾਰ ਨੂੰ ਪਰਮਾਤਮਾ ਦਾ ਘਰ ਜਾਣੇਗਾ। ਤੇ ਜੇ ਮੇਰੀ ਦੇ ਚੱਕਰਾਂ ਵਿੱਚ ਪੈ ਗਿਆ,
ਨਿਗਾਹ ਆਪਣੀ ਦੇ ਨਾਲ ਮੇਰੀ ਦੇ ਰੂਪ ਚ ਵੇਖਣ ਲੱਗ ਪਿਓ, ਆਪਣੇ ਆਪ ਨੂੰ ਹੀ ਸਰਵਉੱਚ ਸਮਝਣ ਲੱਗ ਪਿਓ, ਚੇਤਾ ਰੱਖੀ ਸਾਰੀ ਦੁਨੀਆ ਬਰਬਾਦ ਕਰ ਦੇਵੇਂਗਾ ਤੂੰ, ਸਾਰੀ ਦੁਨੀਆ ਤਬਾਹ ਮਚਾ ਦੇਵੇਂਗਾ। ਇਸੇ ਕਰਕੇ ਸਾਹਿਬ ਕਹਿੰਦੇ ਨੇ ਗੁਰਮੁਖ ਦੇ ਅੰਦਰ ਪਵਿੱਤਰਤਾ ਚਾਹੀਦੀ ਹੈ, ਗੁਰਮੁਖ ਦੇ ਅੰਦਰ ਨਿਰਮਲਤਾ ਹੀ ਚਾਹੀਦੀ ਹੈ। ਹਉਮੈ ਤੋਂ ਉੱਪਰ ਉੱਠੀਏ, ਈਗੋ ਤੋਂ ਉੱਪਰ ਉੱਠੀਏ। ਅੱਜ ਗੁਰਦੁਆਰੇ ਦੀਆਂ ਲੜਾਈਆਂ ਈਗੋ ਦੇ ਸਿਰ ਤੇ ਖਲੋਤੀਆਂ ਨੇ, ਹਉਮੈ ਦੇ ਸਿਰ ਤੇ ਖਲੋਤੀਆਂ ਨੇ। ਅੱਜ ਜੇ ਅਸੀਂ ਸ਼ਾਂਤੀ ਚਾਹੁੰਦੇ ਆ, ਪਵਿੱਤਰਤਾ ਚਾਹੁੰਦੇ ਆ, ਹਉਮੈ ਮਾਰੀਏ। ਪ੍ਰਬੰਧਕ ਆਪਣੀ ਹਉਮੈ ਛੱਡਣ, ਅਸੀਂ ਸੇਵਾਦਾਰ ਆ, ਗੁਰਦੁਆਰੇ ਦੇ ਵਿੱਚ ਪਵਿੱਤਰਤਾ ਲਿਆਈਏ। ਗ੍ਰੰਥੀ, ਰਾਗੀ, ਪ੍ਰਚਾਰਕ ਸਾਰਿਆਂ ਦਾ ਫਰਜ਼ ਹੈ ਅਤ ਨਿਮਰਤਾ ਦੇ ਵਿੱਚ ਆ ਕੇ ਮਾਨਵਤਾ ਦੀ ਸੇਵਾ ਤੇ ਭਲਾ ਕੀਤਾ ਜਾਵੇ। ਸੋ ਅੱਜ ਦੀ ਪੌੜੀ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਹਉਮੈ ਦੀ ਇੱਕ ਲੰਬੀ ਲਿਸਟ ਖਿੱਚੀ ਹੈ, ਸਾਨੂੰ ਸਮਝਾਇਆ ਹੈ ਕਿ ਮੈਂ ਮੇਰੀ ਕਰਨ ਵਾਲਾ ਮਨੁੱਖ ਕਿਵੇਂ ਆਪਣੇ ਚੰਗੇ ਕਰਮਾਂ ਨੂੰ ਵੀ ਮਾੜਿਆਂ ਵਿੱਚ ਤਬਦੀਲ ਕਰ ਦਿੰਦਾ ਹੈ। ਤੇ ਜੇ ਹਿਰਦੇ ਵਿੱਚ ਤੂੰ ਦੀ ਭਾਵਨਾ ਹੋਵੇ, ਤੇਰਾ ਹੋਵੇ, ਤੇ ਜੀਵਨ ਨਿਰਮਲ ਹੋ ਜਾਂਦਾ ਹੈ। ਸੋ ਅੱਜ ਦੇ ਵਿਚਾਰ ਇੱਥੇ ਸਮਾਪਤ ਨੇ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਆਓ ਰਲ ਮਿਲ ਕੇ ਹੰਕਾਰ ਨੂੰ ਛੱਡੀਏ, ਗੁਰੂ ਨਾਲ ਪਿਆਰ ਕਰੀਏ, ਪਰਮਾਤਮਾ ਨਾਲ ਸਾਂਝ ਪਾਈਏ। ਸਿੱਖ ਦਾ ਸਵਰੂਪ ਬੜਾ ਨਿਰਮਲ, ਬੜਾ ਪਵਿੱਤਰ, ਗੁਰੂ ਵਰਗਾ ਹੈ। ਇਸੇ ਕਰਕੇ ਚਾਹੀਦਾ ਹੈ ਅਸੀਂ ਵੀ ਗੁਰੂ ਵਰਗੇ ਬਣੀਏ, ਆਪਣੇ ਜੀਵਨ ਵਿੱਚ ਸੱਚ ਦੀ ਕਮਾਈ ਕਰੀਏ, ਸੱਚ ਨੂੰ ਵਸਾਈਏ, ਤਾਂ ਹੀ ਸਾਡੇ ਅੰਦਰੋਂ ਇਹ ਹਉਮੈ ਖਤਮ ਹੋਵੇਗੀ। ਇਸੇ ਕਰਕੇ ਸਾਹਿਬ ਕਹਿੰਦੇ ਹਉਮੈ ਬੁੱਝੈ ਤਾਂ ਦਰ ਸੁਝੈ। ਜੇ ਸਮਝ ਪੈ ਗਈ ਨਾ ਕਿ ਮੇਰੇ ਅੰਦਰ ਹਉਮੈ ਹੀ ਰੁਕਾਵਟ ਹੈ, ਪ੍ਰਮਾਤਮਾ ਦਾ ਦਰ ਸਮਝ ਆਉਣ ਲੱਗ ਪਵੇਗਾ। ਫਿਰ ਸਮਝ ਪੈ ਜਾਵੇਗੀ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਆਓ ਗੁਰੂ ਨਾਲ ਜੁੜੀਏ, ਹਾਂ ਦਾ ਨਾਰਾ ਮਾਰੀਏ। ਜਿੱਥੇ ਕਿਤੇ ਕੋਈ ਗਲਤ ਹੋ ਰਿਹਾ ਹੈ, ਵੱਧ ਤੋਂ ਵੱਧ ਉਹਨਾਂ ਲੋਕਾਂ ਦਾ ਸਾਥ ਦਈਏ, ਕਿਉਂਕਿ ਇਹ ਸਾਡੇ ਘਰ 'ਚ ਵੀ ਇਹੀ ਕੁਝ ਵਰਤਦਾ ਹੈ। ਦੂਜਿਆਂ ਦੀ ਬਾਂਹ ਫੜਨੀ ਹੀ ਸਿੱਖ ਦਾ ਸੁਭਾਅ ਹੈ। ਅੱਜ ਮੁਸਲਮਾਨ ਦੇ ਉੱਪਰ, ਕਸ਼ਮੀਰ ਦੀ ਧਰਤੀ ਦੇ ਉੱਪਰ, ਸਾਡੇ ਉਹਨਾਂ ਭਰਾਵਾਂ ਦੇ ਉੱਪਰ ਅਤਿਆਚਾਰ ਹੋ ਰਹੇ ਨੇ, ਸਾਨੂੰ ਉਹਨਾਂ ਵਾਸਤੇ ਵੀ ਖੜਨਾ ਚਾਹੀਦਾ ਹੈ। ਫਰਾਂਸ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਵਿਦੇਸ਼ਾਂ 'ਚ ਹੋ ਰਿਹਾ ਹੈ, ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤਾਂ ਹੀ ਹੋਣਗੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਹੋਏ ਭੁੱਲ ਗਲਤੀ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।